सत श्री अकाल जी, मैं हरप्रीत सिंह दर्दी ते तुसीं वेख रहे हो प्रोग्राम खास मुलाकात। अज असीं इस प्रोग्राम दे विच गलबात करांगे सिख कौम दे उस महान जरनैल बारे जिन्हां दा 300 साला जन्म दिहाड़ा पूरी कौम बड़े जोशो खरोश अते शरधा नाल मना रही है। ते जिन्हां मेहमानां नाल असीं अज गलबात करन जा रहे हां ਉਹ ਹਨ इंटरनेशनल सिख फोरम ਅਤੇ ਸ਼੍ਰੋਮਣੀ ਗਤਕਾ ਫੈਡਰੇਸ਼ਨ ਆਫ ਇੰਡੀਆ ਤੋਂ ਜੋ ਸਾਡੇ ਸਟੂਡੀਓ ਦੇ ਵਿੱਚ ਖਾਸ ਤੌਰ ਤੇ ਆਏ ਹਨ ਤੇ ਉਹਨਾਂ ਨਾਲ ਸੰਤ ਸਮਾਜ ਅਤੇ ਬੁੱਢਾ ਦਲ ਤੋਂ ਵੀ ਸਾਡੇ ਕੋਲ ਮਹਿਮਾਨ ਪੁੱਜੇ ਹਨ। ਸਭ ਦਾ ਨਿੱਘਾ ਜੀ ਆਇਆਂ ਨੂੰ ਚੜ੍ਹਦੀ ਕਲਾ ਟਾਈਮ ਟੀਵੀ ਦੇ ਸਟੂਡੀਓ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਨਾਲ ਇਸ प्रोग्राम दे विच पदम श्री सरदार जगजीत सिंह जी दर्दी, चेयरमैन चढ़दी कला ग्रुप ते चेयरमैन इंटरनेशनल सिख फोरम, सरदार प्रितपाल सिंह जी पन्नू, सैकटरी जनरल इंटरनेशनल सिख फोरम, बाबा मनमोहन सिंह जी बारनवाले, मुखी धर्म प्रचार श्रोमणी पंथ अकाली बुढ़ा दल, भाई गुरतेज सिंह जी खालसा प्रधान श्रोमणी गतका फेडरेशन ऑफ इंडिया, सरदार सतिंदर सिंह जी चट्ठा एग्जैक्टिव मैंबर रामगढ़िया शताब्दी कमेटी, सरदार चरणजीत सिंह जी ग्रोवर सीनियर वाइस चेयरमैन इंटरनेशनल सिख फोरम, सरदार हरमिंदरपाल सिंह जी सबरवाल प्रधान खालसा शताब्दी कमेटी पटियाला। सब का निघा स्वागत है जी। ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਬਾਬਾ ਜੱਸਾ ਸਿੰਘ ਜੀ ਰਾਮਗੜੀਆ ਜਿਨ੍ਹਾਂ ਦਾ 300 ਸਾਲਾ ਜਨਮ ਦਿਹਾੜਾ ਜੋ ਬੜੇ ਵੱਡੇ ਪੱਧਰ ਤੇ ਹਰਿਆਣਾ ਅਤੇ ਦਿੱਲੀ ਵਿਖੇ ਆਪ ਜੀ ਵੱਲੋਂ ਇੰਟਰਨੈਸ਼ਨਲ ਸਿੱਖ ਫੋਰਮ ਅਤੇ ਸ਼੍ਰੋਮਣੀ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਨਾਲ ਰਲ ਕੇ ਜੋ ਮਨਾਇਆ ਜਾ ਰਿਹਾ ਹੈ। मैं पदम श्री सरदार जगजीत सिंह दर्दी होरां नूं बेनती करांगा कि इस बारे जो भी है प्रोग्राम लिखे गए हैं इंटरनेशनल सिख फोरम वालों गतका फेडरेशन ऑफ इंडिया नाल रल मिल के उस बारे जो है साडे दर्शकों नाल गल साझी करन जी। सिख कौम लई बड़ी सुभागी घड़ी है जदों असी गुरु नानक देव जी महाराज, गुरु गोबिंद सिंह महाराज जी दियां 350 साला शताब्दी मनाउण तो बाद ਹੁਣ ਅਸੀਂ ਸਿੱਖ ਜਰਨੈਲਾਂ ਦੇ ਇਹ ਸ਼ਤਾਬਦੀਆਂ ਦੇ ਪ੍ਰੋਗਰਾਮ ਦੇਖ ਰਹੇ ਹਾਂ। ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 6ਵੇਂ ਜਥੇਦਾਰ ਸ਼੍ਰੋਮਣੀ ਸ਼ਹੀਦ ਬਾਬਾ ਫੂਲਾ ਸਿੰਘ ਜੀ ਅਕਾਲੀ ਦੀ ਅਸੀਂ 200 ਸਾਲਾ ਉਹਨਾਂ ਦੀ ਸ਼ਹੀਦੀ ਸ਼ਤਾਬਦੀ ਨੂੰ ਮਨਾਇਆ ਅਤੇ ਹੁਣ ਇਸੇ ਤਰ੍ਹਾਂ ਬਾਬਾ ਜੱਸਾ ਸਿੰਘ ਜੀ ਰਾਮਗੜੀਆ ਦਾ 300 ਸਾਲਾ ਜਨਮ ਦਿਨ तीजी जन्म शताब्दी कौमी पद्धर उत्ते बनाई जा रही है। दिल्ली गुरुद्वारा प्रबंधक कमेटी ने श्री अकाल तखत साहब तो प्रोग्राम आरंभ किए लाल किले उत्ते 2 दिन ये बाबा जस्सा सिंह रामगढ़िया जी का तीजी जन्म शताब्दी का जो महान अवसर है उसनों कौमी पद्धर उत्ते बनाया। उस तो बाद साड़ियाँ सारियां श्रोमणी संस्थावां, श्रोमणी गुरुद्वारा प्रबंधक कमेटी उस तो बाद इंटरनेशनल सिख फोरम ਅਤੇ ਸ਼੍ਰੋਮਣੀ ਗਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਜੋ ਪ੍ਰੋਗਰਾਮ ਬਣਾਏ ਔਰ ਮਨਾਏ ਜਾ ਰਹੇ ਹਨ ਉਹਨਾਂ ਦੇ ਵੇਰਵੇ ਸਾਡੇ ਸੈਕਟਰੀ ਜਨਰਲ ਸਰਦਾਰ ਪ੍ਰਿਤਪਾਲ ਸਿੰਘ ਜੀ ਪੰਨੂ ਦੱਸਣਗੇ। ਲੇਕਿਨ ਮੈਂ ਇੱਕ ਗੱਲ ਜ਼ਰੂਰ ਦੇਸ਼ ਦੇ ਲੋਕਾਂ ਨੂੰ ਕਹਾਂਗਾ ਕਿ ਉਹ ਮਹਾਨ ਸਾਡੇ ਜਰਨੈਲ ਹਨ ਜਿਨ੍ਹਾਂ ਨੇ ਮੁਗਲਾਂ ਦੇ ਜ਼ੁਲਮੀ ਰਾਜ ਦਾ ਖਾਤਮਾ ਕਰਕੇ ਸਿੱਖ ਰਾਜ ਦੀ ਸਥਾਪਨਾ ਕੀਤੀ ਅਤੇ ਇਹਨਾਂ ਦੇ ਜੀਵਨ ਕਾਲ ਦੇ ਵਿੱਚ ਜੋ ਸਭ ਤੋਂ ਵੱਡੇ ਕੰਮ ਹੋਏ कि साडे धीआं भैणां नूं टके टके विच गज़नी दे बाज़ारां विच वेचण वाले अहमद शाह अब्दाली जदों इत्थे लुੱਟ-ਮਾਰ करके जांदे सन, 11 उन्हां ने हमले कीते। हर वारी इत्थों हिंदुस्तान दे लोकां नूं लुੱਟ के साडीआं धीआं भैणां नूं लुੱਟ के उत्थे गज़नी दे बाज़ारां विच टके टके विच वेचदे सन। ये जस्सा सिंह रामगढ़िया वर्गे ही सिख कौम दे महान जरनैल सन जो उन्हां बहु बेटियां नूं अहमद शाह अब्दाली दीआं फौजां कोलों खो के वापस ले आते और फिर हिंदुओं ਦੀਆਂ ਬਹੁ ਬੇਟੀਆਂ ਨੂੰ ਉਹਨਾਂ ਦੇ ਘਰ ਘਰ ਪਹੁੰਚਾਉਂਦੇ ਸਨ। ਇਸ ਤੋਂ ਇਲਾਵਾ
ਇਸ ਸ਼ਤਾਬਦੀ ਮਤ ਦਾ ਉੱਥੋਂ ਹੀ ਪਤਾ ਲੱਗ ਜਾਂਦੀ ਹੈ ਕਿ ਸਿੱਖਾਂ ਦੇ ਸ਼੍ਰੋਮਣੀ ਧਰਮ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਦੇ ਵਿੱਚ ਰਾਮਗੜੀਆ ਬੰਗਾ ਸਥਾਪਿਤ ਹੈ ਅਤੇ ਉਸ ਬੁੰਗੇ ਵਿੱਚ ਲਾਲ ਕਿਲੇ ਤੋਂ ਉਹ ਤਖਤੇ ਤਾਊਸ ਪੁੱਟ ਕੇ ਲਿਆਂਦਾ ਜਿਸ ਉੱਤੇ ਬੈਠ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੇ ਫਰਮਾਨ ਜਾਰੀ ਕੀਤੇ ਗਏ ਔਰ ਲਾਲ ਕਿਲੇ ਦੇ ਕਿਲਰ ਜੋ ਪੁੱਟ ਕੇ ਲਿਆਂਦੇ ਸਨ ਉਹ ਅੱਜ ਅਸੀਂ ਰਾਮਗੜੀਆ ਬੰਗੇ ਵਿੱਚ ਲੱਗੇ ਹੋਏ ਦੇਖ ਸਕਦੇ ਹਾਂ। ਇਸ ਤਰ੍ਹਾਂ ਦੀਆਂ ਬੜੀਆਂ ਮਹਾਨ ਘਟਨਾਵਾਂ ਬਾਬਾ ਜੱਸਾ ਸਿੰਘ ਰਾਮਗੜੀਆ ਦੇ ਜੀਵਨ ਨਾਲ ਜੁੜੀਆਂ ਹੋਈਆਂ ਹਨ ਜਿਨ੍ਹਾਂ ਨੂੰ ਅੱਜ ਦੇਸ਼ ਦੇ ਲੋਕਾਂ ਨੂੰ ਦੁਨੀਆ ਦੇ ਲੋਕਾਂ ਨੂੰ ਦੱਸਣ ਦੀ ਬਹੁਤ ਵੱਡੀ ਲੋੜ ਪੈਦਾ ਹੋ ਗਈ ਹੈ। ਜੇ ਸੱਚ ਜਾਣੋ ਤਾਂ ਹਿੰਦੁਸਤਾਨ ਦੀ ਆਜ਼ਾਦੀ ਦੇ ਨਾਇਕ ਹੀ ਬਾਬਾ ਜੱਸਾ ਸਿੰਘ ਰਾਮਗੜੀਆ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਬਘੇਲ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਜਰਨੈਲ ਸਨ ਜਿਨ੍ਹਾਂ ਨੇ ਬਾਰ-ਬਾਰ ਦਿੱਲੀ ਉੱਤੇ ਹਮਲੇ ਕਰਕੇ ਲਾਲ ਕਿਲੇ ਉੱਤੇ ਖਾਲਸਾਈ ਪਰਚਮ ਨੂੰ ਝੁਲਾਇਆ ਅਤੇ ਖਾਲਸਾ ਰਾਜ ਦੀ ਸਥਾਪਨਾ ਕੀਤੀ। ਹੁਣ ਤੁਹਾਨੂੰ ਸਾਡੇ ਸੈਕਟਰੀ ਜਨਰਲ ਇੰਟਰਨੈਸ਼ਨਲ ਸਿੱਖ ਫੋਰਮ ਦੇ ਸਰਦਾਰ ਪ੍ਰਿਤਪਾਲ ਸਿੰਘ ਜੀ ਪੰਨੂ ਇਸ ਸਾਰੇ ਪ੍ਰੋਗਰਾਮ ਦੇ ਵੇਰਵੇ ਦੱਸਣਗੇ ਅਤੇ ਤੁਹਾਨੂੰ ਪਤਾ ਲੱਗੇਗਾ ਕਿ ਕਿੰਨੀ ਵੱਡੀ ਪੱਧਰ ਦੇ ਉੱਤੇ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਵਿੱਚ ਅਤੇ ਹਰਿਆਣਾ ਦੇ ਕਰਨਾਲ ਵਿੱਚ ਅਤੇ ਉਸ ਦੇ ਨਾਲ ਦੇ ਸਾਰੇ ਇਲਾਕਿਆਂ ਵਿੱਚ ਦਿੱਲੀ ਤੋਂ ਇਹ ਫਤਿਹ ਮਾਰਚ ਜੋ ਜੱਸਾ ਸਿੰਘ ਜੀ ਰਾਮਗੜੀਆ ਨੂੰ ਯਾਦ ਨੂੰ ਸਮਰਪਿਤ ਹੋਵੇਗਾ ਉਹ ਚੱਲੇਗਾ ਅਤੇ ਹਰਿਆਣੇ ਦੇ ਵੱਖ-ਵੱਖ ਸਾਰੇ ਸਥਾਨਾਂ ਤੋਂ ਹੁੰਦਾ ਹੋਇਆ ਕਰਨਾਲ ਵਿਖੇ ਪਹੁੰਚੇਗਾ। ਇਹ ਸਾਰੇ ਪ੍ਰੋਗਰਾਮ ਦੇ ਵੇਰਵੇ ਮੈਂ ਪੰਨੂ ਸਾਹਿਬ ਨੂੰ ਕਹਾਂਗਾ ਕਿ ਸਾਡੇ ਦਰਸ਼ਕਾਂ ਨੂੰ ਦੱਸਣ ਦੀ ਕਿਰਪਾਲਤਾ ਕਰਨ। ਪੰਨੂ ਸਾਹਿਬ ਜੀ, ਜਿਵੇਂ ਦਰਜੀ ਸਾਹਿਬ ਨੇ ਕਿਹਾ, ਮੈਂ ਵੀ ਬੇਨਤੀ ਕਰਾਂਗਾ ਜੋ ਵੀ ਵੇਰਵੇ ਨੇ ਇਹਨਾਂ ਪ੍ਰੋਗਰਾਮਾਂ ਤੇ ਸਾਡੇ ਦਰਸ਼ਕਾਂ ਨਾਲ ਸਾਂਝੇ ਕਰੋ ਜੀ। ਬਿਲਕੁਲ, ਜਿਵੇਂ ਡਾਕਟਰ ਜਗਜੀਤ ਸਿੰਘ ਦਰਦੀ ਹੋਰਾਂ ਨੇ ਦੱਸਿਆ ਕਿ ਕਿੰਨੇ ਵੱਡੇ ਉਹ ਮਹਾਨ ਜਰਨੈਲ ਸਨ ਜਿਨ੍ਹਾਂ ਦੀਆਂ ਸੂਰਬੀਰਤਾ ਦੀਆਂ ਕਹਾਣੀਆਂ ਅਸੀਂ ਅੱਜ ਵੀ ਯਾਦ ਕਰਦੇ ਹਾਂ, ਜਿਨ੍ਹਾਂ ਨੇ ਹਿੰਦੁਸਤਾਨ ਦੀ ਧੀਆਂ ਬੇਟੀਆਂ ਨੂੰ ਬਚਾਇਆ, ਮੁਗਲਾਂ ਦੇ ਰਾਜ ਨੂੰ ਖਤਮ ਕਰਕੇ ਲਾਲ ਕਿਲੇ ਤੇ ਖਾਲਸਾਈ ਪਰਚਮ ਲਹਿਰਾਇਆ। ਸੋ ਅਜਿਹੇ ਮਹਾਨ ਜਰਨੈਲ ਦੀ ਜਿਹੜੀ ਮੈਂ ਸਮਝਣਾ ਕਿ ਸ਼ਤਾਬਦੀ ਹੈ, ਜਨਮ ਸ਼ਤਾਬਦੀ ਹੈ, ਉਹ ਵੀ ਉਨੇ ਹੀ ਜਾਹੋ ਜਲਾਲ ਨਾਲ ਮਨਾਈ ਜਾਣੀ ਚਾਹੀਦੀ ਹੈ। ਸੋ ਇੰਟਰਨੈਸ਼ਨਲ ਸਿੱਖ ਫੋਰਮ ਅਤੇ ਸ਼੍ਰੋਮਣੀ ਗੱਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਬਾਕੀ ਹੋਰ ਸੰਸਥਾਵਾਂ ਨੂੰ ਨਾਲ ਲੈ ਕੇ ਜਿੰਨੀਆਂ ਵੀ ਧਾਰਮਿਕ ਜਥੇਬੰਦੀਆਂ ਨੇ ਜਾਂ ਗੁਰਦੁਆਰਾ ਕਮੇਟੀਆਂ ਨੇ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਬਾਬਾ ਜੱਸਾ ਸਿੰਘ ਰਾਮਗੜੀਆ ਜਨਮ ਸ਼ਤਾਬਦੀ ਕਮੇਟੀ ਜਿਹੜੀ ਹੈ ਉਹ ਗਠਨ ਕੀਤੀ ਗਈ ਤੇ ਬਹੁਤ ਵੱਡੇ ਪੱਧਰ ਤੇ ਪ੍ਰੋਗਰਾਮ ਉਲੀਕੇ ਗਏ। ਇਹ ਸਮੁੱਚੇ ਪ੍ਰੋਗਰਾਮ ਜਿੰਨੇ ਵੀ ਜਿਹੜੇ ਉਲੀਕੇ ਗਏ ਹਨ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਜਿਹਦੇ ਮੁਖੀ ਹਨ ਬਾਬਾ ਬਲਬੀਰ ਸਿੰਘ ਜੀ ਅਤੇ ਹੋਰ ਦਲ ਪੰਥ ਜਿਹੜੇ ਹਨ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਸਮੁੱਚੇ ਪ੍ਰੋਗਰਾਮ ਜਿਹੜੇ ਹਨ ਉਹ ਉਲੀਕੇ ਗਏ ਹਨ। ਮੈਂ ਆਪ ਜੀ ਦੀ ਜਾਣਕਾਰੀ ਲਈ ਇਹ ਪ੍ਰੋਗਰਾਮ ਜ਼ਰੂਰ ਸਾਂਝੇ ਕਰਨਾ ਚਾਹਾਂਗਾ ਕਿ ਇਹਨਾਂ ਪ੍ਰੋਗਰਾਮਾਂ ਦੀ ਸ਼ੁਰੂਆਤ ਜਿਹੜੀ ਹੈ ਉਹ 29 ਅਪ੍ਰੈਲ ਨੂੰ ਹੋ ਰਹੀ ਹੈ ਦਿੱਲੀ ਹਰੀਨਗਰ ਵਿਖੇ ਡੀਡੀਏ ਗਰਾਊਂਡ ਵਿਖੇ 29 ਅਪ੍ਰੈਲ ਨੂੰ ਸ਼ਾਮ ਨੂੰ ਗੁਰਮਤਿ ਸਮਾਗਮ ਜਿਹੜੇ ਹਨ ਉਹ ਸਜਾਏ ਜਾਣਗੇ ਜਿਹਦੇ ਵਿੱਚ ਕੌਮ ਦੇ ਮਹਾਨ ਰਾਗੀ ਢਾਡੀ ਪ੍ਰਚਾਰਕ ਜਿਹੜੇ ਹਨ ਗੁਰੂ ਜਸ ਗੁਰੂ ਇਤਿਹਾਸ ਸੁਣਾ ਕੇ ਗੁਰਬਾਣੀ ਕੀਰਤਨ ਨਾਲ ਜੋੜ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਸਮਾਗਮ ਵਿੱਚ ਸਿੱਖ ਕੌਮ ਦੀਆਂ ਸਿਰਮੌਰ ਹਸਤੀਆਂ ਵੀ ਪਹੁੰਚਣਗੀਆਂ, ਜਿੰਨੇ ਵੀ ਦਲ ਪੰਥ ਹਨ ਉਹਨਾਂ ਦੇ ਮੁਖੀ ਵੀ ਪਹੁੰਚਣਗੇ। ਨਾਲ ਹੀ 30 ਤਰੀਕ ਨੂੰ 30 ਅਪ੍ਰੈਲ ਨੂੰ ਦਿੱਲੀ ਜਿਹੜੀ ਵੈਸਟ ਦਿੱਲੀ ਹੈ, ਕਿਉਂਕਿ ਵੈਸਟ ਦਿੱਲੀ ਦਾ ਜਿੰਨਾ ਵੀ ਇਲਾਕਾ ਹੈ ਉਹ ਸਾਰਾ ਸਿੱਖ ਵਸੋਂ ਵਾਲਾ ਇਲਾਕਾ ਹੈ ਜਿਹਦੇ ਚ ਹਰੀਨਗਰ ਦੀਆਂ ਸਾਰੀਆਂ, ਵਿਸ਼ਨੂੰ ਗਾਰਡਨ ਦੀਆਂ ਸਾਰੀਆਂ ਸਿੱਖ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ, ਪੱਛਮ ਵਿਹਾਰ ਦੀਆਂ ਸਾਰੀਆਂ ਗੁਰਦੁਆਰਾ ਕਮੇਟੀਆਂ ਸਭ ਮਿਲ ਕੇ ਉੱਥੇ ਜਿਹੜਾ ਸਮਾਗਮ ਕਰ ਰਹੀਆਂ ਹਨ। ਸੋ ਉੱਥੇ ਮੁਹੱਲਾ ਕੱਢਿਆ ਜਾਏਗਾ। ਖਾਲਸਾ ਫਤਿਹ ਮਾਰਚ ਜਿਹੜਾ ਵੈਸਟ ਦਿੱਲੀ ਤੋਂ ਹੁੰਦਾ ਹੋਇਆ 30 ਅਪ੍ਰੈਲ ਨੂੰ ਰਾਤ ਨੂੰ ਜਿਹੜਾ ਦਿੱਲੀ ਤੋਂ ਬਾਹਰ ਨਿਕਲੀਏ ਤਾਂ ਜੀਟੀ ਰੋਡ ਤੇ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਸਰ ਬਣਿਆ ਹੋਇਆ ਹੈ, ਉੱਥੇ ਆ ਕੇ ਰਾਤ ਦਾ ਵਿਸ਼ਰਾਮ ਹੋਵੇਗਾ। 1 ਮਈ ਨੂੰ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਤੋਂ ਖਾਲਸਾ ਫਤਿਹ ਮਾਰਚ ਚੱਲੇਗਾ ਜਿਹੜਾ ਸੋਨੀਪਤ ਤੋਂ ਇਸਰਾਣਾ ਪਹੁੰਚੇਗਾ, ਇਸਰਾਣਾ ਤੋਂ ਪਾਣੀਪਤ ਤੋਂ ਸਫੈਦੋਂ ਹੋ ਕੇ ਰਾਤ ਦਾ ਵਿਸ਼ਰਾਮ ਜਿਹੜਾ ਹੈ ਗੁਰਦੁਆਰਾ ਡੇਰਾ ਸਾਹਿਬ ਅਸੰਧ ਵਿਖੇ ਹੋਵੇਗਾ। ਉਸ ਤੋਂ ਬਾਅਦ 2 ਤਰੀਕ ਨੂੰ ਅਸੰਧ ਤੋਂ ਚੱਲ ਕੇ ਜਲਮਾਣਾ ਤੋਂ ਡਾਚਰ ਗੁਰਦੁਆਰਾ ਰਾਜ ਕਰੇਗਾ ਖਾਲਸਾ ਡਾਚਰ ਵਿਖੇ ਹੁੰਦਾ ਹੋਇਆ ਨੀਸੰਗ ਤੋਂ ਸਿੰਘੜੇ ਜਿਹੜਾ ਸਥਾਨ ਹੈ ਨਾਨਕਸਰ, ਉੱਥੋਂ ਜਿਹੜਾ ਹੈ ਹੋਰ ਜਿਹੜੇ ਪਿੰਡ ਹਨ ਬੁੱਢਨਪੁਰ, ਬਾਲੂ, ਬਲੋਲ, ਕਾਛਵਾ ਤੋਂ ਹੁੰਦਾ ਹੋਇਆ ਜਿਹੜਾ ਰਾਤ ਦਾ ਵਿਸ਼ਰਾਮ ਹੈ ਉਹ ਸਾਡਾ ਜਿਹੜਾ ਇਤਿਹਾਸਕ ਸਥਾਨ ਹੈ 9ਵੇਂ ਪਾਤਸ਼ਾਹ ਦਾ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਤਰਾਵੜੀ, ਰਾਤ ਦਾ ਵਿਸ਼ਰਾਮ ਜਿਹੜਾ ਹੈ 2 ਤਰੀਕ ਨੂੰ ਉੱਥੇ ਹੋਵੇਗਾ। 3 ਤਰੀਕ ਨੂੰ ਫਿਰ 3 ਮਈ ਨੂੰ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਤਰਾਵੜੀ ਤੋਂ ਖਾਲਸਾ ਫਤਿਹ ਮਾਰਚ ਸ਼ੁਰੂ ਹੋਵੇਗਾ ਜਿਹੜਾ ਨੀਲੋਖੜੀ, ਸੰਧੀਰ, ਗੋਰਗੜ, ਇੰਦਰੀ, ਰੰਬਾ, ਕੁਰਾਲੀ ਜਿਹੜੇ ਉਸ ਪਾਸੇ ਦੇ ਪਿੰਡ ਹਨ ਉਹਨਾਂ ਤੋਂ ਹੁੰਦਾ ਹੋਇਆ
ਲਗਭਗ ਦੁਪਹਿਰ ਤੋਂ ਬਾਅਦ 3 ਵਜੇ ਦੇ ਆਸ-ਪਾਸ ਕਰਨਾਲ ਜਿਹੜਾ ਹੈ ਉਹ ਐਂਟਰੀ ਕਰੇਗਾ ਤੇ ਕਰਨਾਲ ਪੂਰੇ ਜਾਹੋ ਜਲਾਲ ਦੇ ਨਾਲ ਨਿਹੰਗ ਸਿੰਘ ਜਥੇਬੰਦੀਆਂ, ਹਾਥੀ ਘੋੜੇ ਊਂਟ ਸਭ ਜਿਹੜਾ ਹੈ ਪੂਰਾ ਜਿਹੜਾ ਖਾਲਸੀ ਕਰੋ ਰੀਤਾਂ ਸਨ ਉਹਨਾਂ ਰਵਾਇਤਾਂ ਦੇ ਨਾਲ ਇਹ ਨਗਰ ਕੀਰਤਨ ਕਰਨਾਲ ਵਿੱਚ ਦਾਖਲ ਹੋਵੇਗਾ ਤੇ ਕਰਨਾਲ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਜਿਹੜਾ ਡੇਰਾ ਕਾਰ ਸੇਵਾ ਹੈ ਕਲੰਦਰੀ ਗੇਟ ਉੱਥੇ ਆ ਕੇ ਇਹਦਾ ਸਮਾਪਨ ਹੋਵੇਗਾ। ਉਸ ਤੋਂ ਬਾਅਦ ਹੋਰ ਸਮਾਗਮ ਵੀ ਉਲੀਕੇ ਗਏ ਹਨ ਜਿਹਦੇ ਵਿੱਚ ਗੱਤਕਾ ਮੁਕਾਬਲੇ ਹਨ ਜਿਹਦੀ ਜਾਣਕਾਰੀ ਸਰਦਾਰ ਗੁਰਤੇਜ ਸਿੰਘ ਜੀ ਖਾਲਸਾ ਉਹ ਤੁਹਾਨੂੰ ਦੇਣਗੇ ਜਿਹੜੇ ਸ਼੍ਰੋਮਣੀ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਹਨ। ਪਰ ਮੈਂ ਇੱਕ ਮੁੱਖ ਕਾਰਜਕ੍ਰਮ ਜਿਹੜਾ ਸਮਾਗਮ ਹੈ ਉਹ ਜ਼ਰੂਰ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦਾ ਕਿ 7 ਮਈ ਨੂੰ ਜਿਹੜਾ ਵੱਡਾ ਮੇਨ ਸ਼ਤਾਬਦੀ ਸਮਾਗਮ ਹੈ ਉਹ ਕਰਨਾਲ ਦੀ ਨਵੀਂ ਅਨਾਜ ਮੰਡੀ ਜਿੱਥੇ ਅੱਗੇ ਵੀ ਸ਼ਤਾਬਦੀ ਸਮਾਗਮ ਕਈ ਹੋ ਚੁੱਕੇ ਹਨ। ਗੁਰੂ ਕਲਗੀਧਰ ਪਾਤਸ਼ਾਹ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ 350 ਸਾਲਾ ਆਪਾਂ ਮਨਾਇਆ ਸੀ ਉਹ ਵੀ ਉੱਥੇ ਮਨਾਇਆ ਸੀ। ਹੋਰ ਕਈ ਸ਼ਤਾਬਦੀ ਪ੍ਰੋਗਰਾਮ ਉੱਥੇ ਹੋ ਚੁੱਕੇ ਹਨ। ਸੋ ਉਸੇ ਥਾਂ ਤੇ ਨਵੀਂ ਅਨਾਜ ਮੰਡੀ ਦੇ ਵਿੱਚ ਇਹ ਸ਼ਤਾਬਦੀ ਪ੍ਰੋਗਰਾਮ ਰੱਖੇ ਗਏ ਹਨ ਜਿੱਥੇ ਸ਼ਤਾਬਦੀ ਪ੍ਰੋਗਰਾਮ ਵੀ ਹੋਣਗੇ। ਪੰਥ ਦੇ ਪ੍ਰਸਿੱਧ ਰਾਗੀ ਢਾਡੀ ਪ੍ਰਚਾਰਕ ਜਿਹਦੇ ਵਿੱਚ ਮੋਰਾਵਾਲੀ ਜੀ ਦਾ ਜੱਥਾ ਵੀ ਪਹੁੰਚ ਰਿਹਾ ਹੈ, ਭਾਈ ਗੁਰਪ੍ਰੀਤ ਸਿੰਘ ਲਾਂਡਰਾ ਜੀ ਦਾ ਢਾਡੀ ਜਥਾ ਪਹੁੰਚ ਰਿਹਾ ਹੈ, ਭਾਈ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ, ਸ੍ਰੀ ਦਰਬਾਰ ਸਾਹਿਬ ਤੋਂ ਹਜੂਰੀ ਰਾਗੀ ਭਾਈ ਸ਼ੁਕੀਨ ਸਿੰਘ ਜੀ, ਭਾਈ ਸ਼ੁਭਦੇਵ ਸਿੰਘ ਜੀ ਜਿਹੜੇ ਪੰਥ ਦੇ ਪ੍ਰਚਾਰਕ ਹਨ, ਗਿਆਨੀ ਸ਼ੇਰ ਸਿੰਘ ਜੀ, ਬਹੁਤ ਉੱਘੇ ਇਤਿਹਾਸਕਾਰ ਭਾਈ ਸੁਖਪ੍ਰੀਤ ਸਿੰਘ ਜੀ ਉਦੋਂ ਕੇ ਉਹ ਵੀ ਪਹੁੰਚ ਰਹੇ ਹਨ। ਪਟਿਆਲਾ ਤੋਂ ਸਾਡੇ ਜਿਹੜੇ ਰਾਗੀ ਜਥਾ ਹੈ ਉਹ ਵੀ ਆਪਣਾ ਪਹੁੰਚ ਰਹੇ ਹਨ। ਸੋ ਇੱਕ ਚੰਗਾ ਜਿਹੜਾ ਬਹੁਤ ਵਧੀਆ ਜਿਹੜਾ ਗੁਰਮਤਿ ਸਮਾਗਮ ਜਿਹੜਾ ਹੈ ਉਹ ਹੋਵੇਗਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਚੱਲੇਗਾ। ਨਾਲ ਹੀ ਉੱਥੇ ਹੋਰ ਵੀ ਬਹੁਤ ਸੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਦਸਤਾਰਬੰਦੀ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿੱਥੇ ਦਸਤਾਰਬੰਦੀ ਦੇ ਮੁਕਾਬਲੇ ਹੋ ਰਹੇ ਨੇ ਉੱਥੇ ਨਾਲ ਹੀ ਉਹਨਾਂ ਬੱਚਿਆਂ ਨੇ ਜਿਨ੍ਹਾਂ ਜ਼ਿੰਦਗੀ 'ਚ ਕਦੀ ਦਸਤਾਰ ਨਹੀਂ ਬੰਨੀ ਉਹਨਾਂ ਨੂੰ ਉੱਥੇ ਦਸਤਾਰ ਬੰਨਣ ਦਾ ਜਿਹੜਾ ਪ੍ਰੋਗਰਾਮ ਉਹ ਵੀ ਰੱਖਿਆ ਗਿਆ। ਉਹਨਾਂ ਨੂੰ ਦਸਤਾਰਾਂ ਜਿਹੜੀਆਂ ਨੇ ਉਹ ਵੀ ਦਿੱਤੀਆਂ ਜਾਣਗੀਆਂ ਨਾਲ ਤਾਂ ਕਿ ਉਹ ਵੀ ਜਿਹੜਾ ਦਸਤਾਰ ਸਜਾ ਕੇ ਜਿਹੜੀ ਗੁਰੂ ਦੀ ਬਖਸ਼ੀ ਹੋਈ ਸਾਨੂੰ ਦਾਤ ਹੈ ਦਸਤਾਰ ਦੇ ਨਾਲ ਜੁੜਨ ਸਾਡੇ ਬੱਚੇ ਨੌਜਵਾਨ ਜਿਹੜੇ ਨੇ ਉਹ ਦਸਤਾਰਾਂ ਸਜਾਣ। ਨਾਲ ਹੀ ਉੱਥੇ ਬਲੱਡ ਡੋਨੇਸ਼ਨ ਕੈਂਪ ਵੀ ਰੱਖਿਆ ਗਿਆ ਤਾਂ ਕਿ ਮਨੁੱਖਤਾ ਦੀ ਸੇਵਾ ਜਿਹੜੀ ਹੈ ਸਾਡੇ ਜਰਨੈਲਾਂ ਦੀ ਯਾਦ ਵਿੱਚ ਬਲੱਡ ਡੋਨੇਸ਼ਨ ਕਰਕੇ ਉਹ ਸੇਵਾ ਵੀ ਕੀਤੀ ਜਾਏ। ਤੇ ਅਗਲੇ ਦਿਨ 8 ਮਈ ਨੂੰ ਡੇਰਾ ਕਾਰ ਸੇਵਾ ਵਿਖੇ ਅੰਮ੍ਰਿਤ ਸੰਚਾਰ ਹੋਏਗਾ। 7 ਮਈ ਨੂੰ ਇਹਦੀ ਸਾਰੀ ਪ੍ਰੇਰਣਾ ਦਿੱਤੀ ਜਾਏਗੀ ਤੇ ਅਗਲੇ ਦਿਨ ਜਿਹੜਾ ਉਹ ਅੰਮ੍ਰਿਤ ਸੰਚਾਰ ਹੋਏਗਾ। ਸੋ ਇਹ ਵੱਡੇ ਪ੍ਰੋਗਰਾਮ ਜਿਹੜੇ ਹਨ 29 ਅਪ੍ਰੈਲ ਤੋਂ ਲੈ ਕੇ 7 ਮਈ ਤੱਕ ਉਲੀਕੇ ਗਏ ਹਨ। ਇਹ ਪਹਿਲੇ ਫੇਜ਼ ਦੇ ਪ੍ਰੋਗਰਾਮ ਹਨ। ਫਿਰ ਹਰ 3 ਮਹੀਨੇ ਬਾਅਦ ਜਿਹੜੇ ਨੇ ਉਹ ਪ੍ਰੋਗਰਾਮ ਹੋਣਗੇ ਹਰਿਆਣੇ ਦੇ ਤੇ ਦਿੱਲੀ ਦੇ ਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ। ਦਰਸ਼ਕੋ, ਸਰਦਾਰ ਪ੍ਰਿਤਪਾਲ ਸਿੰਘ ਪੰਨੂਹਰਾ ਨੇ ਬੜੇ ਹੀ ਵਿਸਥਾਰ ਸਹਿਤ ਸਾਰੇ ਪ੍ਰੋਗਰਾਮ ਨੂੰ ਦਰਸਾਇਆ ਹੈ। 300 ਸਾਲਾ ਜਨਮ ਦਿਹਾੜਾ ਬਾਬਾ ਜੱਸਾ ਸਿੰਘ ਰਾਮਗੜੀਆ ਜੀ ਦਾ ਜੋ ਕਿ ਇੰਟਰਨੈਸ਼ਨਲ ਸਿੱਖ ਫੋਰਮ ਅਤੇ ਸ਼੍ਰੋਮਣੀ ਗੱਤਕਾ ਫੈਡਰੇਸ਼ਨ ਵੱਲੋਂ ਸਾਂਝੇ ਤੌਰ ਤੇ ਕਮੇਟੀ ਬਣਾ ਕੇ ਸ਼ਤਾਬਦੀ ਕਮੇਟੀ ਬਣਾ ਕੇ ਬੜੇ ਵੱਡੇ ਪੱਧਰ ਤੇ ਦਿੱਲੀ ਅਤੇ ਹਰਿਆਣਾ ਵਿਖੇ ਮਨਾਇਆ ਜਾ ਰਿਹਾ ਹੈ। ਬ੍ਰੇਕ ਤੋਂ ਪਹਿਲੇ ਪਦਮ ਸ੍ਰੀ ਸਰਦਾਰ ਜਗਜੀਤ ਸਿੰਘ ਦਰਦੀ ਹੋਰਾਂ ਨੇ ਅਤੇ ਸਰਦਾਰ ਪ੍ਰਿਤਪਾਲ ਸਿੰਘ ਜੀ ਪੰਨੂ ਜੀ ਨੇ ਜੋ ਹੈ ਬਾਬਾ ਜੀ ਦੇ ਜੀਵਨ ਬਾਰੇ ਅਤੇ ਜੋ ਇਹ ਪ੍ਰੋਗਰਾਮ ਹੋਣੇ ਹਨ ਉਹਨਾਂ ਦਾ ਜੋ ਵੇਰਵਾ ਹੈ ਆਪ ਜੀ ਨਾਲ ਸਾਂਝਾ ਕੀਤਾ ਸੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ ਜੋ ਕਿ ਮੁਖੀ ਹਨ ਧਰਮ ਪ੍ਰਚਾਰ ਦੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਅਤੇ ਬੜੇ ਵੱਡੇ ਪੱਧਰ ਤੇ ਸਮਾਜ ਸੇਵਾ ਦੇ ਕਾਰਜ ਵੀ ਅਤੇ ਗੁਰਮਤ ਪ੍ਰਚਾਰ ਦੇ ਕਾਰਜ ਵੀ ਇਹ ਲਗਾਤਾਰ ਕਰਦੇ ਰਹਿੰਦੇ ਹਨ। ਬਾਬਾ ਜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਜਿਵੇਂ ਪੰਨੂ ਸਾਹਿਬ ਨੇ ਪਹਿਲੇ ਦੱਸਿਆ ਵੀ ਸਾਰੇ ਦਲ ਪੰਥ ਜਿਹੜੇ ਹਨ ਉਹ ਨਾਲ ਰਲ ਕੇ ਸਹਿਯੋਗ ਦੇ ਕੇ ਇਹ ਸ਼ਤਾਬਦੀ ਮਨਾ ਰਹੇ ਹਨ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਕਿਸ ਢੰਗ ਨਾਲ ਤੇ ਹੋਰ ਜਿਹੜੇ ਦਲ ਪੰਥ ਨੇ ਕਿਉਂਕਿ ਤੁਸੀਂ ਨੁਮਾਇੰਦੇ ਹੋ ਉਹ ਇਸ ਦੇ ਵਿੱਚ ਸ਼ਮੂਲੀਅਤ ਕਰ ਰਹੇ ਹਨ ਪ੍ਰੋਗਰਾਮ ਦੇ ਵਿੱਚ। ਬਹੁਤ ਹੀ ਸਤਿਕਾਰਯੋਗ ਬਾਬਾ ਜੱਸਾ ਸਿੰਘ ਰਾਮਗੜੀਆ ਤੇ ਜਿੰਨੇ ਵੀ ਸਿੱਖ ਜਰਨੈਲ ਹੋਏ ਨੇ ਜਿਨ੍ਹਾਂ ਵੱਲੋਂ ਭਾਰਤ ਦੀ ਰਾਖੀ ਵਾਸਤੇ ਭਾਰਤ ਦੀ ਸੱਭਿਅਤਾ ਵਾਸਤੇ ਬਹੁਤ ਵੱਡੇ ਵੱਡੇ ਇਹਨਾਂ ਨੇ ਕਾਰਜ ਕੀਤੇ ਨੇ। ਜਿੱਥੇ ਸਿੱਖ ਦੇ ਦਿਨ ਮਨਾ ਰਹੇ ਨੇ ਜਾਂ ਸਿੱਖ ਫੋਰਮ ਦਿਨ ਮਨਾ ਰਹੀ ਹੈ, ਮੇਰਾ ਤਾਂ ਕਹਿਣ ਦਾ ਵਿਚਾਰ ਹੈ ਕਿ ਕੁੱਲ ਭਾਰਤੀ ਨੂੰ ਮਨਾਉਣਾ ਚਾਹੀਦਾ ਹੈ ਜੀ, ਕਿਉਂਕਿ ਜੇ ਮੁਗਲ ਸਲਤਨਤ ਦਾ ਝੰਡਾ ਲਾ ਕੇ ਸਭ ਤੋਂ ਪਹਿਲਾਂ ਜੇ ਕੋਈ ਝੰਡਾ ਝੁੱਲਿਆ ਤੇ ਉਹ ਸਿੱਖ ਰਾਜ ਦਾ ਸਿੱਖਾਂ ਵੱਲੋਂ ਚਲਾਇਆ ਗਿਆ ਲਾਲ ਕਿਲੇ ਤੇ ਜੀ। ਸੋ ਇਹ ਜਿਹੜਾ ਦਿਨ ਸਾਰਿਆਂ ਨੂੰ ਸਾਰੇ ਭਾਰਤ ਵਾਸੀਆਂ ਨੂੰ ਮਨਾਉਣੇ ਚਾਹੀਦੇ ਨੇ ਤੇ ਬਹੁਤ ਵੱਡਾ ਉਪਰਾਲਾ ਕੀਤਾ ਸਿੱਖ ਫੋਰਮ ਨੇ, ਸ਼੍ਰੋਮਣੀ ਗੱਤਕਾ ਫੈਡਰੇਸ਼ਨ ਵਾਲਿਆਂ ਨੇ ਬਹੁਤ ਵੱਡਾ ਉਪਰਾਲਾ। ਉਹਦੇ ਵਿੱਚ ਜਿਤਨੇ ਵੀ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਨੇ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਜੀ, ਜਦੋਂ ਵੀ ਕਿਤੇ ਕੋਈ ਵੀ ਪੰਥ ਦਾ ਵੱਡਾ ਕਾਰਜ ਹੁੰਦਾ ਹੈ
ਪ੍ਰਦਰਸ਼ਨੀ ਦੀ ਲੋੜ ਹੁੰਦੀ ਹੈ। ਦੇਖ ਰਹੇ ਆ ਭਾਵੇਂ ਉਹ 300 ਸਾਲਾ ਸੀ, 350 ਸਾਲਾ, 400 ਸਾਲਾ, ਜਿੰਨੀਆਂ ਵੀ ਸ਼ਤਾਬਦੀਆਂ ਆਈਆਂ ਨੇ ਜੀ, ਉਹ ਲਗਭਗ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ਵਿੱਚ ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬੜੇ ਸ਼ਾਨੋ ਸ਼ੌਕਤ ਦੇ ਨਾਲ, ਜਿਨ੍ਹਾਂ ਵਿੱਚ ਹਾਥੀ, ਊਠ, ਘੋੜੇ, ਬੱਗੀਆਂ ਆਦਿ ਦੇ ਨਾਲ ਬੜੀ ਚੜ੍ਹਦੀ ਕਲਾ ਵਿੱਚ ਇਹ ਸ਼ਮੂਲੀਅਤ ਕੀਤੀ ਜਾਂਦੀ ਹੈ। ਇਹਦੇ ਵਿੱਚ ਵੀ ਉਸੇ ਹੀ ਤਰ੍ਹਾਂ ਵੱਧ ਚੜ੍ਹ ਕੇ, ਜਿਵੇਂ ਹੁਣ ਆਪਾਂ ਪਿੱਛੇ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਜੀ 200 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਹੈ, ਜੀ, ਉਸੇ ਤਰ੍ਹਾਂ ਜਿਵੇਂ ਬੜੀ ਵੱਡੀ ਪੱਧਰ ਤੇ ਸਾਰੇ ਕਾਰਜ ਹੋਏ ਨੇ। ਬਹੁਤ ਹੀ ਸਤਿਕਾਰਯੋਗ ਸੇਵਾ ਰਤਨ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਉਸੇ ਹੀ ਤਰ੍ਹਾਂ ਸਾਰੀਆਂ ਜਥੇਬੰਦੀਆਂ, ਭਾਵੇਂ ਉਹ ਤਰਨੇ ਦਲ ਨੇ, ਭਾਵੇਂ ਉਹ ਹੋਰ ਜਥੇਬੰਦੀਆਂ ਨੇ, ਸਾਰਿਆਂ ਨੂੰ ਨਾਲ ਲੈ ਕੇ ਇਹਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਬਹੁਤ ਵੱਡੀ ਪੱਧਰ ਤੇ। ਜੀ, ਤੇ ਹੋਰ ਵੀ ਜੋ ਸੰਤ ਮਹਾਤਮਾ ਨੇ, ਕਾਰ ਸੇਵਾ ਵਾਲੇ ਨੇ, ਨਿਰਮਲੇ ਨੇ, ਉਦਾਸੀ ਨੇ, ਲਗਭਗ ਸਾਰੇ ਹੀ ਇਹਦੇ ਵਿੱਚ ਬਹੁਤ ਵੱਡੀ ਸ਼ਮੂਲੀਅਤ ਕਰ ਰਹੇ ਨੇ ਤੇ ਕਰਨੀ ਚਾਹੀਦੀ ਹੈ ਸਾਰਿਆਂ ਨੂੰ। ਜੀ, ਬਹੁਤ ਬਹੁਤ ਧੰਨਵਾਦ ਬਾਬਾ ਜੀ। ਸਾਡੇ ਨਾਲ ਭਾਈ ਸਾਹਿਬ ਭਾਈ ਗੁਰਤੇਜ ਸਿੰਘ ਜੀ, ਖਾਲਸਾ ਪ੍ਰਧਾਨ ਸ਼੍ਰੋਮਣੀ ਗੱਤਕਾ ਫੈਡਰੇਸ਼ਨ ਆਫ ਇੰਡੀਆ, ਉਹ ਵੀ ਨਾਲ ਹਨ। ਭਾਈ ਸਾਹਿਬ ਜੀ, ਆਪ ਜੀ ਇੰਟਰਨੈਸ਼ਨਲ ਸਿੱਖ ਫੋਰਮ ਦੇ ਨਾਲ ਰਲ ਕੇ ਇਹ ਜਿਹੜੀ ਸ਼ਤਾਬਦੀ ਕਮੇਟੀ ਮਨਾਈ ਗਈ ਹੈ ਤੇ ਇੰਨੇ ਵੱਡੇ ਪੱਧਰ ਤੇ ਜਿਹੜੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ, ਇਸ ਦੇ ਵਿੱਚ ਗੱਤਕਾ ਫੈਡਰੇਸ਼ਨ ਵੱਲੋਂ ਕਿਹੜੇ-ਕਿਹੜੇ ਨਾਲ ਰੋਲ ਜਿਹੜੇ ਹਨ ਉਹ ਨਿਭਾਏ ਜਾ ਰਹੇ ਨੇ? ਜਿਵੇਂ ਹੁਣੇ ਬਾਬਾ ਜੀ ਨੇ ਦੱਸਿਆ ਕਿ ਦਲ ਪੰਥ ਤੇ ਸਮੁੱਚੇ ਧਾਰਮਿਕ ਸੰਸਥਾਵਾਂ, ਜਥੇਬੰਦੀਆਂ, ਮਹਾਂਪੁਰਸ਼ ਇਸ ਸੰਸਥਾ ਦੇ ਨਾਲ ਜੁੜ ਕੇ ਸਮਾਗਮ ਵਿੱਚ ਸ਼ਮੂਲੀਅਤ ਕਰ ਰਹੇ ਨੇ। ਉਸੇ ਤਰ੍ਹਾਂ ਸ਼੍ਰੋਮਣੀ ਗੱਤਕਾ ਫੈਡਰੇਸ਼ਨ ਵੱਲੋਂ ਸਾਰੇ ਪ੍ਰੋਗਰਾਮ ਦੀ ਰੂਪਰੇਖਾ ਸ਼੍ਰੋਮਣੀ ਇੰਟਰਨੈਸ਼ਨਲ ਸਿੱਖ ਫੋਰਮ ਦੇ ਨਾਲ ਬੈਠ ਕੇ ਬਣਾਈ ਗਈ। ਜੀ, ਇਹ ਜੋ ਪ੍ਰੋਗਰਾਮ ਹੋ ਰਹੇ ਨੇ, ਇਹਨਾਂ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਮੁਕਾਬਲੇ ਵੀ ਸ਼ਾਇਦ ਹੋ ਜਾਣ। ਨੈਸ਼ਨਲ ਗੱਤਕਾ ਮੁਕਾਬਲੇ ਤਾਂ ਹੈ ਹੀ ਨੇ, ਉਮੀਦ ਹੈ ਕਿ ਬਾਹਰੋਂ ਵੀ ਕੁਝ ਟੀਮਾਂ ਆ ਜਾਣ। ਜੀ, ਅਸੀਂ ਚਾਹੁੰਦੇ ਹਾਂ ਕਿ ਜਿਹੜੇ ਨੌਜਵਾਨ ਆਪਣੇ ਵਿਰਸੇ ਤੋਂ ਟੁੱਟੇ ਆ, ਇਹਨਾਂ ਸਮਾਗਮਾਂ ਦੇ ਰਾਹੀਂ ਅਸੀਂ ਉਹਨਾਂ ਨੂੰ ਆਪਣੇ ਵਿਰਸੇ ਤੋਂ ਜਾਣੂ ਕਰਾਉਣਾ ਚਾਹੁੰਦੇ ਹਾਂ ਤੇ ਆਪਣੇ ਵਿਰਸੇ ਨਾਲ ਜੋੜਨਾ ਚਾਹੁੰਦੇ ਹਾਂ। ਜੀ, ਜਿਹਦੇ 'ਚ ਅਸੀਂ ਵੱਡੇ ਤੌਰ ਤੇ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਨਾਮਵਰ ਟੀਮਾਂ ਭਾਗ ਲੈ ਰਹੀਆਂ ਨੇ, ਜਿਨ੍ਹਾਂ ਦੇ ਮੁਕਾਬਲੇ ਕਰਾਏ ਜਾਣਗੇ 6 ਤਰੀਕ ਨੂੰ, ਤੇ ਉਹਨਾਂ ਦਾ ਜੋ ਵੀ ਇਨਾਮ ਬਣਦਾ ਉਹ 7 ਤਰੀਕ ਨੂੰ ਵੱਡੇ ਸਮਾਗਮ ਦੇ ਵਿੱਚ ਸਾਰਿਆਂ ਨੂੰ ਦਿੱਤਾ ਜਾਏਗਾ। ਜੀ, ਤੇ ਮੈਂ ਬੇਨਤੀ ਕਰਦਾ ਸਮੁੱਚੇ ਸਿੱਖ ਪੰਥ ਨੂੰ ਕਿ ਜਰਨੈਲਾਂ ਦੀਆਂ ਜਿਹੜੇ ਦਿਨ ਤਿਉਹਾਰ ਨੇ ਇਹ ਸਾਨੂੰ ਮਿਲ ਕੇ ਮਨਾਉਣੇ ਚਾਹੀਦੇ ਨੇ, ਕਿਉਂਕਿ ਸੱਚੇ ਪਾਤਸ਼ਾਹ ਦਾ ਹੁਕਮ ਹੈ, ਬਬਾਣੀਆਂ, ਕਹਾਣੀਆਂ, ਪੁੱਤ ਸਪੁੱਤ ਕਰੇਨ। ਅਗਰ ਅਸੀਂ ਉਸ ਗੁਰੂ ਦੇ ਬੱਚੇ ਆ ਤੇ ਉਹਨਾਂ ਦੇ ਦਿਹਾੜੇ ਤੇ ਤਿਉਹਾਰ ਅਸੀਂ ਸਾਰੇ ਮਿਲ ਕੇ ਮਨਾਈਏ, ਤਾਂ ਹੀ ਇਹ ਸ਼ੋਭਦੇ ਨੇ, ਤਾਂ ਹੀ ਇਹ ਕਾਰਜ ਸਫਲ ਹੁੰਦੇ ਨੇ। ਕਿਉਂਕਿ ਅੱਜ ਅਸੀਂ ਜੇ ਦੇਖੀਏ ਬਾਬਾ ਜੱਸਾ ਸਿੰਘ ਜੀ ਰਾਮਗੜੀਆ, ਜਿਨ੍ਹਾਂ ਦੇ ਕਰਕੇ ਅੱਜ ਪੂਰੀ ਰਾਮਗੜੀਆ ਬਰਾਦਰੀ ਸੰਸਾਰ ਭਰ ਦੇ ਵਿੱਚ ਨਾਮ ਕਮਾ ਰਹੀ ਹੈ। ਜਿੰਨੇ ਵੱਡੇ ਮਹਿਲ ਬਣੇ, ਭਾਵੇਂ ਉਹ ਬਕਿੰਗਮ ਪੈਲੇਸ ਸੀ ਜਾਂ ਭਾਵੇਂ ਪੰਜਾਬ ਯੂਨੀਵਰਸਿਟੀ ਲਾਹੌਰ ਸੀ ਜਾਂ ਖਾਲਸਾ ਕਾਲਜ ਅੰਮ੍ਰਿਤਸਰ ਸੀ, ਇਹ ਸਭ ਰਾਮਗੜੀਆ ਬਰਾਦਰੀ ਦੇ ਹੁਨਰਮੰਦ ਜਿਹੜੇ ਕਾਰੀਗਰ ਹਨ ਉਹਨਾਂ ਦੀ ਦੇਣ ਹੈ। ਅਤੇ ਜਿੰਨੇ ਵੀ ਵਿਸ਼ਵ ਭਰ ਦੇ ਵਿੱਚ ਅਸੀਂ ਗੁਰਦੁਆਰਾ ਸਾਹਿਬਾਨ ਵੀ ਦੇਖਦੇ ਹਾਂ, ਸੋਹਣੀਆਂ ਪਾਲਕੀਆਂ ਵੀ ਦੇਖਦੇ ਹਾਂ, ਸੋਹਣੀਆਂ ਇਮਾਰਤਾਂ ਵੀ ਦੇਖਦੇ ਹਾਂ, ਇਹ ਸਾਡੇ ਰਾਮਗੜੀਆ ਭਰਾਵਾਂ ਦੀ ਹੀ ਮਿਹਨਤ ਅਤੇ ਉਹਨਾਂ ਦੀ ਦੇਣ ਹੈ। ਸਾਡੇ ਨਾਲ ਚਾਹਾਂਗਾ ਕਿ ਦਸਮ ਪਾਤਸ਼ਾਹ ਨੇ ਜਿਸ ਖੰਡੇ ਨਾਲ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਸੀ 5 ਪਿਆਰਿਆਂ ਦੀ ਚੋਣ ਕਰਨ ਸਮੇਂ, ਉਹ ਖੰਡਾ ਵੀ ਰਾਮਗੜੀਆ ਸਿੰਘਾਂ ਨੇ ਬਣਾਇਆ ਸੀ। ਇਸੇ ਤਰ੍ਹਾਂ ਜੋ ਬਾਬਾ ਬਚਿੱਤਰ ਸਿੰਘ ਜੀ ਨੇ ਮਸਤ ਹਾਥੀ ਨਾਲ ਮੁਕਾਬਲਾ ਕੀਤਾ ਸੀ ਅਤੇ ਉਸ ਤੋਂ ਸ਼ਰਾਬੀ ਹਾਥੀ ਨੂੰ ਕਿਲੇ ਤੇ ਹਮਲਾ ਕਰਨ ਤੋਂ ਭਜਾ ਕੇ ਵਾਪਸ ਭੇਜ ਦਿੱਤਾ ਸੀ। ਉਹ ਵੀ ਜੋ ਨਾਗਣੀ ਬਰਛਾ ਸੀ ਉਹ ਵੀ ਰਾਮਗੜੀਆ ਸਿੰਘਾਂ ਦਾ ਹੀ ਬਣਾਇਆ ਹੋਇਆ ਸੀ। ਤੋ ਇਸ ਤਰ੍ਹਾਂ ਪੁਰਾਤਨ ਜੋ ਸ਼ਸਤਰ ਹਨ ਸਿੰਘਾਂ ਦੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੋਂ, ਉਹ ਵੀ ਇਹਨਾਂ ਦੇ ਜਿਹੜੇ ਬਜ਼ੁਰਗ ਸਨ ਰਾਮਗੜੀਆ ਸਿੰਘਾਂ ਦੇ, ਉਹ ਵੀ ਬਣਾਉਂਦੇ ਹੁੰਦੇ ਸਨ। ਇਹ ਬੜੀ ਵੱਡੀ ਦੇਣ ਇਹਨਾਂ ਦੀ ਸਿੱਖ ਕੌਮ ਨੂੰ ਹੈ ਕਿ ਜਿਹੜੇ ਸਾਡੇ ਸ਼ਸਤਰ ਹਨ ਉਹ ਵੀ ਇਹੀ ਸਿੰਘ ਤਿਆਰ ਕਰਦੇ ਸਨ। ਮੈਂ ਚਾਹਾਂਗਾ ਜਾਂਦੇ ਗੁਰੂਵਰ ਸਾਹਿਬ ਤੁਸੀਂ ਵੀ
ਦਰਸ਼ਕਾਂ ਦੇ ਨਾਲ ਆਪਣੇ ਦੋ ਸ਼ਬਦ ਸਾਂਝੇ ਕਰੋ। ਆਪ ਵਡਭਾਗੀ ਹੋ, ਖੁਸ਼ਕਿਸਮਤ ਹੋ ਕਿ ਆਪ ਜੀ ਨੂੰ ਆਪਣੇ ਜੀਵਨ ਕਾਲ ਦੇ ਦੌਰਾਨ, ਜਿਵੇਂ ਕਿ ਪਿਛਲੇ ਸਮਿਆਂ ਦੇ ਦੌਰਾਨ ਵੱਖ-ਵੱਖ ਜਰਨੈਲਾਂ ਦੀਆਂ ਜਨਮ ਤੇ ਸ਼ਹੀਦੀ ਸ਼ਤਾਬਦੀਆਂ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ ਛਾਇਆ ਹੇਠ ਇੰਟਰਨੈਸ਼ਨਲ ਸਿੱਖ ਫੋਰਮ ਤੇ ਸ਼੍ਰੋਮਣੀ ਗੱਤਕਾ ਫੈਡਰੇਸ਼ਨ ਬਾਬਾ ਜੱਸਾ ਸਿੰਘ ਜੀ ਰਾਮਗੜੀਆ ਜੀ ਦੀ 300 ਸਾਲਾ ਜਿਹੜੀ ਸ਼ਤਾਬਦੀ ਮਨਾਈ ਜਾ ਰਹੀ ਹੈ, ਉਸ ਦੇ ਲਈ ਮੈਂ ਤਾਂ ਸਿਰਫ ਆਪਣੇ ਸ਼ਬਦਾਂ ਨੂੰ ਧੰਨਵਾਦ ਤੱਕ ਸੀਮਤ ਰੱਖਦਾ ਹੋਇਆ ਆਈਆਂ ਸ਼ਖਸੀਅਤਾਂ ਦਾ ਤੇ ਸਾਧ ਸੰਗਤ ਜੀ ਨੂੰ ਇਹ ਬੇਨਤੀ ਕਰਾਂਗਾ ਕਿ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਸ਼ਖਸੀਅਤਾਂ ਨੇ ਇਹ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਹੈ, ਸਾਡਾ ਵੀ ਮੁੱਢਲਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਵੱਲੋਂ ਤੇ ਇੰਟਰਨੈਸ਼ਨਲ ਫੈਡਰੇਸ਼ਨ ਵੱਲੋਂ ਮੈਂ ਆਪ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਸਾਰੇ ਸਮਾਗਮਾਂ ਦੇ ਵਿੱਚ ਆਪਣੀ ਜਿਹੜੀ ਹਾਜ਼ਰੀ ਹੈ ਉਹ ਯਕੀਨੀ ਬਣਾਓਗੇ। ਇਤਨੇ ਸ਼ਬਦਾਂ ਦੇ ਨਾਲ ਮੈਂ ਆਪ ਸਾਰਿਆਂ ਨੂੰ ਅਪੀਲ ਵੀ ਕਰਦਾ ਤੇ ਆਪ ਸਾਰਿਆਂ ਦਾ ਧੰਨਵਾਦ ਵੀ ਕਰਦਾ। ਬਹੁਤ ਬਹੁਤ ਧੰਨਵਾਦ ਗਰੋਵਰ ਸਾਹਿਬ। ਦਰਸ਼ਕਾਂ ਨੂੰ ਮੈਂ ਦੱਸਣਾ ਜ਼ਰੂਰੀ ਸਮਝਾਂਗਾ ਕਿ ਜਿੰਨੇ ਪ੍ਰੋਗਰਾਮ 300 ਸਾਲਾ ਜਨਮ ਦਿਹਾੜੇ ਨੂੰ ਮਨਾਉਣ ਲਈ ਉਲੀਕੇ ਗਏ ਨੇ ਇਸ ਸ਼ਤਾਬਦੀ ਕਮੇਟੀ ਵੱਲੋਂ, ਉਹ ਸਾਰਿਆਂ ਦਾ ਜਿਹੜਾ ਟੈਲੀਕਾਸਟ ਹੈ ਉਹ ਚੜ੍ਹਦੀ ਕਲਾ ਟਾਈਮ ਟੀਵੀ ਅਤੇ ਚੜ੍ਹਦੀ ਕਲਾ ਗੁਰਬਾਣੀ ਟੀਵੀ ਉੱਤੇ ਸੰਸਾਰ ਭਰ ਦੇ ਵਿੱਚ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਉੱਤੇ ਜਿਹੜੇ ਬਾਰ-ਬਾਰ ਨੰਬਰ ਦਿਖਾਏ ਗਏ ਨੇ ਉਹਨਾਂ ਉੱਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ। ਜਿਹੜੇ ਸਮਾਗਮ ਚੱਲਣੇ ਹਨ, ਜਿਹੜੇ ਫਤਿਹ ਮਾਰਚ ਦਿੱਲੀ ਤੋਂ ਸ਼ੁਰੂ ਹੋਣਾ ਹੈ ਤੇ ਕਰਨਾਲ ਤੱਕ ਆਣਾ ਹੈ, ਰਸਤੇ 'ਚ ਹੋਰ ਵੀ ਪਿੰਡ ਆਉਂਦੇ ਹਨ, ਰਸਤੇ ਦੀਆਂ ਜਿਹੜੀਆਂ ਵੀ ਗੁਰਦੁਆਰਾ ਕਮੇਟੀਆਂ ਹਨ ਜਾਂ ਜਿਹੜੇ ਵੀ ਕਿਸੇ ਢੰਗ ਨਾਲ ਵੀ ਇਹਨਾਂ ਸ਼ਤਾਬਦੀ ਸਮਾਰੋਹ ਦੇ ਵਿੱਚ ਜਥੇਬੰਦੀਆਂ ਜਾਂ ਸ਼ਖਸੀਅਤਾਂ ਕਿਸੇ ਤਰ੍ਹਾਂ ਦਾ ਵੀ ਤਨ ਮਨ ਧਨ ਨਾਲ ਸਹਿਯੋਗ ਦੇਣਾ ਚਾਹੁੰਦੇ ਹਨ, ਉਹ ਸਕਰੀਨ ਉੱਤੇ ਚੱਲ ਰਹੇ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ। ਸਰਦਾਰ ਪ੍ਰਿਤਪਾਲ ਸਿੰਘ ਜੀ ਪੰਨੂ ਹੋਰਾਂ ਨਾਲ, ਭਾਈ ਸਾਹਿਬ ਭਾਈ ਗੁਰਤੇਜ ਸਿੰਘ ਜੀ ਨਾਲ ਤੇ ਹੋਰ ਜਿਹੜੇ ਸ਼ਤਾਬਦੀ ਕਮੇਟੀ ਦੇ ਮੈਂਬਰ ਹਨ ਉਹਨਾਂ ਨਾਲ ਸਿੱਧਾ ਸੰਪਰਕ ਕਰਕੇ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ। ਤੇ ਨਾਲ ਦੀ ਨਾਲ ਇਹ ਵੀ ਬੇਨਤੀ ਹੈ ਕਿ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ। ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਤੱਕ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਸਾਡਾ ਇਹੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਗੁਰਬਾਣੀ ਅਤੇ ਸਿੱਖੀ ਦੇ ਮਹਾਨ ਵਿਰਸੇ ਦੇ ਨਾਲ ਅਸੀਂ ਆਪ ਜੀ ਨੂੰ ਜੋੜੀ ਰੱਖੀਏ, ਆਪ ਜੀ ਨੂੰ ਜਾਣੂ ਕਰਵਾਉਂਦੇ ਰਹੀਏ। ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਪਰ ਇਹਨਾਂ ਸਾਰੇ ਸ਼ਤਾਬਦੀ ਸਮਾਗਮਾਂ ਦਾ ਜੋ ਪ੍ਰੋਗਰਾਮ ਹਨ ਉਹ ਸਾਰੇ ਦੇ ਸਾਰੇ ਆਪ ਜੀ ਆਨੰਦ ਲੈ ਸਕਦੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਅਤੇ ਚੜ੍ਹਦੀ ਕਲਾ ਗੁਰਬਾਣੀ ਟੀਵੀ ਤੇ। ਇੱਕ ਵਾਰ ਫਿਰ ਤੋਂ ਸਾਰੀਆਂ ਆਈਆਂ ਮਾਨਯੋਗ ਸ਼ਖਸੀਅਤਾਂ ਦਾ ਚੜ੍ਹਦੀ ਕਲਾ ਟਾਈਮ ਟੀਵੀ ਦੇ ਵਿੱਚ ਆਉਣ ਤੇ ਨਿੱਘਾ ਸਵਾਗਤ ਤੇ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।